ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸੇਠਾ, ਭਾਈ ਉਗਵੰਦਾ ਅਤੇ ਭਾਈ ਸੁਭਾਗਾ, ਇਹ ਤਿੰਨੇ ਚੂਣੀਏਪੁਰ ਵਿੱਚ ਰਹਿੰਦੇ ਸਨ ਅਤੇ ਜਾਤ ਦੇ ਅਰੋੜੇ ਸਨ। ਉਹ ਸਿੱਖਾਂ ਦੀ ਨਿਤ ਸੇਵਾ ਕਰਦੇ ਸਨ। ਰਾਤ ਨੂੰ ਜਾਗ ਕੇ ਗੁਰੂ ਨੂੰ ਹਿਰਦੇ ਵਿੱਚ ਧਾਰਨ ਕਰਦੇ ਸਨ। ਭੁੱਖੇ ਸਿੱਖ ਨੂੰ ਭੋਜਨ ਦਿੰਦੇ ਸਨ ਅਤੇ ਨੰਗੇ ਨੂੰ ਵੇਖ ਕੇ ਕੱਪੜੇ ਦਿੰਦੇ ਸਨ। ਉਹਨਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਵੰਦਨਾ ਕੀਤੀ ਅਤੇ ਹੱਥ ਜੋੜ ਕੇ ਬੇਨਤੀ ਕੀਤੀ, ਜਿਹੜਾ ਅਸੀਂ ਇੱਥੇ ਘਰ ਵਿੱਚ ਲੋਕਾਂ ਨੂੰ ਭੋਜਨ ਛਕਾਉਂਦੇ ਹਾਂ, ਇਹ ਪਿਤਰਾਂ ਨੂੰ ਪਹੁੰਚਦਾ ਹੈ ਕਿ ਨਹੀਂ। ਗੁਰੂ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਉਹਨਾਂ ਨੂੰ ਕਿਹਾ, ਪਿਤਰਾਂ ਵਾਸਤੇ ਜਿਹੜਾ ਅਨਾਜ ਪਹੁੰਚਦਾ ਹੈ, ਉਸ ਬਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਹੈ, ਉਸ ਦਾ ਮੈਂ ਪ੍ਰਮਾਣ ਦਿੰਦਾ ਹਾਂ। ਇਹ ਸ਼ਲੋਕ ਉਸ ਤਰ੍ਹਾਂ ਜਾਣ ਕੇ ਸਮਝੋ। ਸ਼੍ਰੀ ਮੁਖ ਵਾਕ ਸ਼ਲੋਕ ਮਹੱਲਾ ਪਹਿਲਾ। ਨਾਨਕ ਅੱਗੇ ਸੋ ਮਿਲੈ, ਜੇ ਖੱਟੇ ਕਾਲੇ ਦੇ। ਹੇ ਨਾਨਕ, ਅਗਲੇ ਜਹਾਨ ਵਿੱਚ ਕੇਵਲ ਉਹੀ ਮਿਲਦਾ ਹੈ ਜੋ ਇਨਸਾਨ ਆਪਣੀ ਕਮਾਈ ਅਤੇ ਮਿਹਨਤ ਮੁਸ਼ੱਕਤ ਵਿੱਚੋਂ ਲੋੜਵੰਦਾਂ ਨੂੰ ਵੀ ਦਿੰਦਾ ਹੈ। ਸਿੱਖਾਂ ਨੇ ਸੁਣ ਕੇ ਫਿਰ ਸ਼ੰਕਾ ਕੀਤਾ, ਪ੍ਰਾਣੀ ਇੱਥੇ ਜਿਹੜਾ ਭੋਜਨ ਦਿੰਦਾ ਹੈ, ਪਿਤਰਾਂ ਦਾ ਕੀ ਪਤਾ ਹੈ ਕਿ ਉਹ ਸਵਰਗਾਂ ਵਿੱਚ ਹਨ ਕਿ ਨਰਕਾਂ ਵਿੱਚ ਹਨ, ਜਾਂ ਕਿਤੇ ਉਹਨਾਂ ਨੇ ਕੋਈ ਜੂਨ ਤਾਂ ਨਹੀਂ ਧਾਰਨ ਕਰ ਲਈ ਹੈ। ਉਹਨਾਂ ਦੇ ਕੋਲ ਭੋਜਨ ਕਿਵੇਂ ਪਹੁੰਚੇਗਾ? ਸਾਨੂੰ ਇਹੋ ਸ਼ੰਕਾ ਹੈ। ਫਿਰ ਗੁਰੂ ਜੀ ਨੇ ਸਹੀ ਉੱਤਰ ਦਿੱਤਾ, ਜਦ ਪਿਤਰਾਂ ਦਾ ਦਿਨ ਆ ਜਾਵੇ, ਉਹਨਾਂ ਵਾਸਤੇ ਪਿਆਰ ਨਾਲ ਜਿਹੜਾ ਭੋਜਨ ਛਕਾਵੇ। ਸ਼ਰਾਧ ਹਿੰਦੂ ਰਸਮ ਹੈ, ਜਿਸ ਵਿੱਚ ਮਰੇ ਹੋਏ ਪਿਤਰਾਂ ਨੂੰ ਤ੍ਰਿਪਤ ਕਰਨ ਵਾਸਤੇ ਬ੍ਰਾਹਮਣਾਂ ਨੂੰ ਭੋਜਨ ਖਵਾਉਂਦੇ ਹਨ, ਪਰ ਸਿੱਖਾਂ ਵਿੱਚ ਸ਼ਰਾਧ ਕਰਨ ਦੀ ਮਨਾਹੀ ਹੈ। 4 ਵਰਨਾਂ ਦੇ ਸਾਰੇ ਪਿੱਤਰ ਬ੍ਰਾਹਮਣਾਂ ਵਿੱਚ ਪ੍ਰਵੇਸ਼ ਕਰਦੇ ਹਨ। ਸਿੱਖਾਂ ਦੇ ਜੋ ਪਿੱਤਰ ਹਨ, ਉਹ ਸਿੱਖਾਂ ਵਿੱਚ ਹੀ ਵਸਦੇ ਹਨ। ਪਿਤਰਾਂ ਨੂੰ ਜੋ ਅਰਪਣ ਕਰਦੇ ਹਨ, ਉਹਨਾਂ ਵਿੱਚੋਂ ਖਾਣ ਪੀਣ ਦੇ ਪਦਾਰਥ ਕਾਂ, ਕੁੱਤੇ ਅਤੇ ਬ੍ਰਾਹਮਣ ਖਾ ਜਾਂਦੇ ਹਨ। ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਹੈ, ਪਿਤਰ ਵੀ ਬਪਰੇ ਕਹੋ ਕਿਉਂ ਪਾਵੇ, ਕਊਆ ਕੂਕਰ ਖਾਹੀ। ਜਿਵੇਂ ਡੋਰ ਨਾਲ ਬੱਧੀ ਪਤੰਗ ਜਿੱਥੇ ਕਿੱਥੇ ਧਰਤੀ ਵੱਲ ਆਉਣ ਲਈ ਡੋਲਦੀ ਹੈ, ਡੋਰ ਨਾਲ ਬੰਨ੍ਹ ਕੇ ਦੀਪਕ ਪਹੁੰਚਾਏ, ਇਸ ਤਰ੍ਹਾਂ ਪਿਤਰਾਂ ਦੀ ਵਿਧੀ ਬਣ ਆਉਂਦੀ ਹੈ, ਕਿਉਂਕਿ ਪਿਤਰਾਂ ਤੱਕ ਦੀਪਕ ਨੇ ਕਦੇ ਵੀ ਨਹੀਂ ਪਹੁੰਚਣਾ ਹੈ। ਮੋਹ ਦੀ ਡੋਰ ਨਾਲ ਸੰਤਾਨ ਦੇ ਨਾਲ ਪਤੰਗ ਵਾਂਗ ਦੂਰ ਤੱਕ ਬੰਨੇ ਰਹਿੰਦੇ ਹਨ। ਪਿੱਤਰ ਦੇਵਤੇ ਜਿਹੜੇ ਸਭ ਦੇ ਹਨ, ਉਹ ਭੋਜਨ ਲੈ ਕੇ ਉਸੇ ਵੇਲੇ ਰੱਖ ਲੈਂਦੇ ਹਨ। ਉਹ ਜਾਣਦੇ ਹਨ ਕਿ ਪਿੱਤਰ ਸਵਰਗ, ਨਰਕ ਜਾਂ ਕਿਸੇ ਜੂਨ ਵਿੱਚ ਹਨ। ਜਿਹੜੇ ਪਿੱਤਰ ਦੇਵਤੇ ਹਨ, ਉਹ ਉੱਥੇ ਭੋਜਨ ਪਹੁੰਚਾ ਦਿੰਦੇ ਹਨ। ਇਹ ਸੁਣ ਕੇ ਤਿੰਨਾਂ ਨੇ ਨਿਸ਼ਚਾ ਕਰ ਲਿਆ। ਭਾਈ ਪੈੜਾ, ਜਿਹੜਾ ਜਾਤ ਦਾ ਚੰਡਾਲੀਆ ਸੀ, ਅਤੇ ਭਾਈ ਜੇਠਾ ਸੇਠੀ, ਫਿਰ ਦੋਵੇਂ ਮਿਲ ਕੇ ਆਏ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਤੱਕ ਕੇ ਆ ਕੇ ਵੰਦਨਾ ਕੀਤੀ। ਉਹਨਾਂ ਨੇ ਇਸ ਤਰ੍ਹਾਂ ਆ ਕੇ ਆਪਣੀ ਬੇਨਤੀ ਕੀਤੀ, ਆਪ ਜੀ ਦੇ ਬਚਨਾਂ ਨੂੰ ਅਸੀਂ ਮੰਨਿਆ ਹੈ। ਧਰਮ ਕਿਰਤ ਦੀ ਅਸੀਂ ਕਮਾਈ ਕਰਦੇ ਹਾਂ ਅਤੇ ਸਿੱਖਾਂ ਦੇ ਨਾਲ ਵੰਡ ਕੇ ਖਾਂਦੇ ਹਾਂ। ਇਸੇ ਤਰ੍ਹਾਂ ਭਾਈ ਪੈੜਾ, ਜਿਹੜਾ ਜਾਤ ਦਾ ਚੰਡਾਲੀਆ ਸੀ, ਅਤੇ ਭਾਈ ਜੇਠਾ ਸੇਠੀ ਦੋਵੇਂ ਮਿਲ ਕੇ ਗੁਰੂ ਜੀ ਦੇ ਪਾਸ ਆਏ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਤੱਕ ਕੇ ਆ ਕੇ ਵੰਦਨਾ ਕੀਤੀ। ਉਹਨਾਂ ਨੇ ਇਸ ਤਰ੍ਹਾਂ ਆਪਣੀ ਬੇਨਤੀ ਕੀਤੀ, ਆਪ ਜੀ ਦੇ ਬਚਨਾਂ ਨੂੰ ਅਸੀਂ ਮੰਨਿਆ ਹੈ। ਧਰਮ ਕਿਰਤ ਦੀ ਅਸੀਂ ਕਮਾਈ ਕਰਦੇ ਹਾਂ ਅਤੇ ਸਿੱਖਾਂ ਦੇ ਨਾਲ ਵੰਡ ਕੇ ਖਾਂਦੇ ਹਾਂ। ਬ੍ਰਾਹਮਣ ਮਿਲ ਕੇ ਸਾਡੇ ਨਾਲ ਹੁਜਤਾਂ ਕਰਦੇ ਹਨ, ਕਹਿੰਦੇ ਹਨ, 5 ਹਿੰਸਾ ਅਸੀਂ ਨਿਤ ਕਰਦੇ ਹਨ। ਉਖਲੀ ਵਿੱਚ ਚਾਵਲ ਛੱਡਦੇ ਹਾਂ, ਉਸ ਵਿੱਚ ਕੁੱਟਣ ਦੀ ਹਿੰਸਾ ਹੈ। ਚੱਕੀ ਪੀਸਦੇ ਹਾਂ, ਉਸ ਵਿੱਚ ਪੀਸਣ ਦੀ ਹਿੰਸਾ ਹੈ। ਝਾੜੂ ਫੇਰਦੇ ਹਾਂ, ਉਸ ਵਿੱਚ ਲਿਪਾਈ ਦੀ ਹਿੰਸਾ ਹੈ। ਚੁੱਲ੍ਹੇ ਵਿੱਚ ਜਿਹੜਾ ਘਿਓ ਸਾੜਦੇ ਹਾਂ, ਉਹ ਵੀ ਹਿੰਸਾ ਹੈ, ਅਤੇ ਜਲ ਵੀ ਪਾਪ ਦਾ ਕਾਰਨ ਬਣਦਾ ਹੈ। ਇਸ ਤਰ੍ਹਾਂ ਅਸੀਂ 5 ਹਿੰਸਾ ਪਾਪ ਕਰਦੇ ਹਾਂ। ਬ੍ਰਾਹਮਣ ਕਹਿੰਦੇ ਹਨ ਕਿ ਅਸੀਂ ਅੱਗ ਵਿੱਚ 5 ਆਹੂਤੀਆਂ ਦਿੰਦੇ ਹਾਂ, ਜਿਸ ਨਾਲ ਅਸੀਂ
ਪੰਜੇ ਪਾਪਾਂ ਨੂੰ ਦੂਰ ਕਰ ਲੈਂਦੇ ਹਾਂ। ਪਿੱਛੋਂ ਅਸੀਂ ਭੋਜਨ ਨੂੰ ਪਵਿੱਤਰ ਕਰਦੇ ਹਾਂ। ਤੁਸੀਂ ਨਹੀਂ ਕਰਦੇ ਹੋ, ਇਸ ਕਰਕੇ 5 ਪਾਪ ਧਾਰਨ ਕਰਦੇ ਹੋ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸੁਣ ਕੇ ਉਹਨਾਂ ਨੂੰ ਸਮਝਾਇਆ, ਜਿਹੜਾ ਭੋਜਨ ਤੁਸੀਂ ਸਿੱਖਾਂ ਨੂੰ ਖਵਾਉਂਦੇ ਹੋ, ਵਾਹਿਗੁਰੂ ਦਾ ਨਾਮ ਲੈਂਦੇ ਹੋ, ਪਿੱਛੋਂ ਆਪ ਬੈਠ ਕੇ ਭੋਜਨ ਕਰਦੇ ਹੋ, ਇਸ ਨਾਲ ਭੋਜਨ ਪਵਿੱਤਰ ਹੋ ਜਾਂਦਾ ਹੈ, ਕਿਉਂਕਿ ਅਗਨੀ ਦੇਵਤਾ ਤਾਂ ਪਹਿਲਾਂ ਹੀ ਸਾਡੇ ਸਰੀਰ ਵਿੱਚ ਹੈ, ਚੇਤਨ ਰੂਪ ਵਿੱਚ ਨਾਰਾਇਣ ਸਭ ਵਿੱਚ ਹੈ, ਸੂਰਜ ਸਭ ਦੇ ਨੇਤਰਾਂ ਵਿੱਚ ਹੈ, ਸਾਡੀਆਂ 2 ਨਾਸਾਂ ਵਿੱਚ ਅਸ਼ਵਨੀ ਕੁਮਾਰ ਦੇਵਤਾ ਹਨ ਅਤੇ ਦਿਸ਼ਪਾਲਕ ਦੇਵਤੇ ਸਾਡੇ ਕੰਨਾਂ ਵਿੱਚ ਹਨ। ਸਾਡੀ ਜੀਭ ਉੱਤੇ ਵਰੁਣ ਦਾ ਵਾਸਾ ਹੈ। ਆਪਣੇ ਰੋਮਾਂ ਨੂੰ ਸਾਰੀ ਬਨਸਪਤੀ ਸਮਝੋ। ਹੱਥਾਂ ਵਿੱਚ ਦੇਵਤਿਆਂ ਦਾ ਮਾਲਕ ਇੰਦਰ ਹੈ। ਗੋਦਾ ਦੇਵਤਾ ਜਮ ਨੂੰ ਕਹਿੰਦੇ ਹਨ। ਪ੍ਰਜਾਪਤੀ ਦੇਵਤਾ ਲਿੰਗ ਨੂੰ ਜਾਣੋ ਅਤੇ ਆਪਣੇ ਚਰਨਾਂ ਵਿੱਚ ਪ੍ਰਭੂ ਵਿਸ਼ਨੂੰ ਪਛਾਣੋ। ਪੌਣ ਦੇਵਤਾ ਚਮੜੀ ਵਿੱਚ ਜਾਣੋ। ਇਸ ਤਰ੍ਹਾਂ ਸਾਰੇ ਦੇਵਤੇ ਸਾਡੇ ਸਰੀਰ ਵਿੱਚ ਵਸਦੇ ਹਨ। ਵਾਹਿਗੁਰੂ ਦਾ ਨਾਮ ਲੈ ਕੇ ਜਦ ਗ੍ਰਾਹੀ ਮੂੰਹ ਵਿੱਚ ਪਾਉਂਦੇ ਹੋ ਤਾਂ ਸਾਰੇ ਦੇਵਤਿਆਂ ਨੂੰ ਤ੍ਰਿਪਤ ਕਰ ਲੈਂਦੇ ਹੋ। ਜਿਹੜੇ ਸਿੱਖਾਂ ਨੂੰ ਗੁਰੂ ਹਿੱਤ ਕਰਕੇ ਦਿੰਦੇ ਹਨ, ਬਾਅਦ ਵਿੱਚ ਉਹ ਮਨੁੱਖ ਮਹਾਨ ਫਲ ਪ੍ਰਾਪਤ ਕਰਦੇ ਹਨ। ਜਿਹੜੇ ਅਰਦਾਸ ਕਰਕੇ ਪ੍ਰਸ਼ਾਦ ਵਰਤਾਉਂਦੇ ਹਨ, ਉਹਨਾਂ ਦੇ ਸਾਰੇ ਪਾਪ ਅਤੇ ਵਿਘਨ ਦੂਰ ਹੋ ਜਾਂਦੇ ਹਨ। ਪ੍ਰਭੂ ਸਾਰੇ ਦੇਵਤਿਆਂ ਦਾ ਮੂਲ ਹੈ। ਪ੍ਰਭੂ ਦੇ ਤ੍ਰਿਪਤ ਹੋ ਜਾਣ ਨਾਲ ਸਾਰੇ ਦੇਵਤੇ ਤ੍ਰਿਪਤ ਹੋ ਜਾਂਦੇ ਹਨ। ਜਿਵੇਂ ਬ੍ਰਿਛ ਦੀ ਜੜ੍ਹ ਨੂੰ ਪਾਣੀ ਦਿੰਦੇ ਹਾਂ, ਪਰ ਸਾਰੇ ਪੱਤੇ, ਫੁੱਲ ਅਤੇ ਡਾਹਣੀਆਂ ਹਰੀਆਂ ਹੋ ਜਾਂਦੀਆਂ ਹਨ। ਇਹ ਸੁਣ ਕੇ ਸਿੱਖਾਂ ਦੇ ਹਿਰਦਿਆਂ ਵਿੱਚ ਨਿਸ਼ਚਾ ਆ ਗਈ ਅਤੇ ਉਹਨਾਂ ਨੇ ਸਤਿਗੁਰੂ ਜੀ ਦੇ ਅੱਗੇ ਸਿਰ ਨਿਵਾਇਆ। ਭਾਈ ਗੁਰਦਿੱਤਾ ਜੀ, ਭਾਈ ਲਟਕਣ ਘੂਰਾ, ਭਾਈ ਕਟਾਰਾ ਅਤੇ ਭਾਈ ਭਗਵਾਨਾ ਸਰਾਫੀ ਦਾ ਧੰਦਾ ਕਰਦੇ ਹਨ। ਇਹ ਚਾਰੇ ਮਿਲ ਕੇ ਆਏ ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਤੇ ਇਹਨਾਂ ਨੇ ਸੀਸ ਨਿਵਾਏ। ਪੁੱਛਣ ਲੱਗੇ, ਅਸੀਂ ਕਿਹੜਾ ਨਾਮ ਜਪੀਏ ਜਿਸ ਕਾਰਨ ਘਰ ਵਿੱਚ ਸੁੱਖ ਪ੍ਰਾਪਤ ਹੋਵੇ? ਸ਼੍ਰੀ ਗੁਰੂ ਜੀ ਨੇ ਕਿਹਾ, ਸਾਰੇ ਨਾਮ ਪ੍ਰਭੂ ਦੇ ਹਨ ਅਤੇ ਸਾਰੇ ਹੀ ਭਵਜਲ ਪਾਰ ਉਤਾਰਨ ਵਾਲੇ ਹਨ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖਾਂ ਵਾਸਤੇ ਵਾਹਿਗੁਰੂ ਨਾਮ ਦੀ ਸਿਰਜਣਾ ਕੀਤੀ। ਨਿਤ ਇਹ ਨਾਮ ਜਪੋ। ਜਿਵੇਂ ਪ੍ਰਭੂ ਦੇ 4 ਰੂਪ ਮੰਨੇ ਹਨ, ਸਰੀਰ ਪੁਰਖ, ਛੰਦ ਪੁਰਖ, ਦੇਵ ਪੁਰਖ ਅਤੇ ਮਹਾਪੁਰਖ, ਇਸ ਤਰ੍ਹਾਂ ਹੀ ਇਹ ਨਾਮ ਚਾਰੇ ਵਰਨਾਂ ਵਾਸਤੇ ਅਨੁਪਮ ਹੈ। ਜਿਵੇਂ ਸੈਨਾ ਦੇ 4 ਅੰਗ ਹੁੰਦੇ ਹਨ ਤੇ ਚਾਰੇ ਅੰਗ ਵੈਰੀ ਦਾ ਨਾਸ਼ ਕਰਦੇ ਹਨ, ਇਸ ਤਰ੍ਹਾਂ ਹੀ 4 ਅੱਖਰਾਂ ਦਾ ਬਣਿਆ ਵਾਹਿਗੁਰੂ ਸ਼ਬਦ ਵੈਰੀਆਂ ਅਤੇ ਪਾਪਾਂ ਦਾ ਨਾਸ਼ ਕਰਦਾ ਹੈ। ਚਾਰੇ ਵੇਦਾਂ ਨੂੰ ਰਿੜਕ ਕੇ ਸਾਰ ਕੱਢਿਆ ਹੈ। ਗੁਰੂ ਜੀ ਨੇ ਇਹ 4 ਸੁੰਦਰ ਅੱਖਰ ਰਚੇ ਹਨ। ਚਾਰੇ ਪਾਸਿਓਂ ਤੋਂ ਦ੍ਰਿੜ ਮਾਨੋ ਜਹਾਜ਼ ਹੈ। ਕਲਯੁਗ ਵਿੱਚ ਸਿੱਖਾਂ ਨੂੰ ਉਬਾਰਨ ਵਾਸਤੇ ਬਣਿਆ ਹੈ ਤੇ ਸਿੱਖ ਮਹਿਮਾ ਜਾਣ ਕੇ ਨਿਤ ਜਾਪ ਕਰਦੇ ਹਨ। ਉਹਨਾਂ ਵਾਸਤੇ ਹੋਰ ਕੋਈ ਕਰਤੱਵ ਨਹੀਂ ਰਿਹਾ ਹੈ। ਜਿਸ ਨੇ ਵੀ ਵਾਹਿਗੁਰੂ ਨਾਮ ਹਿਰਦੇ ਵਿੱਚ ਵਸਾ ਲਿਆ ਹੈ, ਉਸਨੇ ਸਮਝੋ ਚਾਰੇ ਪਦਾਰਥ ਆਪਣੀ ਤਲੀ 'ਤੇ ਧਰ ਲਏ ਹਨ, ਭਾਵ 4 ਪਦਾਰਥ ਉਸਨੇ ਪਾ ਲਏ ਹਨ। ਇਸ ਦਾ ਮੈਂ ਕਿੱਥੋਂ ਤੱਕ ਮਹਾਤਮ ਦੱਸਾਂ। ਇਸ ਦੇ ਸਿਮਰਨ ਨਾਲ ਆਤਮ ਗਿਆਨ ਪ੍ਰਾਪਤ ਹੋ ਜਾਂਦਾ ਹੈ। ਮਹਿਮਾ ਸੁਣ ਕੇ ਸਿੱਖ ਸਿਮਰਨ ਕਰਨ ਲੱਗੇ। ਸਤਿਗੁਰੂ ਜੀ ਨੂੰ ਮਿਲ ਕੇ ਜਿਨ੍ਹਾਂ ਦੇ ਭਾਗ ਜਾਗੇ ਸਨ। ਇੱਕ ਧੌਣ ਮੁਰਾਰੀ ਨਾਂ ਦਾ ਸਿੱਖ ਰਵਿਦਾਸ ਨਾਮੀ ਪਿੰਡ ਵਿੱਚ ਰਹਿੰਦਾ ਸੀ। ਉਹ ਚੱਲ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪਾਸ ਆਇਆ। ਉਸ ਸਮੇਂ ਨਮਸਕਾਰ ਕਰਕੇ ਗੁਰੂ ਜੀ ਦੇ ਪਾਸ ਬੈਠ ਗਿਆ। ਹੱਥ ਜੋੜ ਕੇ ਇਸ ਤਰ੍ਹਾਂ ਪੁੱਛਣ ਲੱਗਾ, ਜਿਹੜੀ ਆਪ ਜੀ ਨੇ ਬਾਣੀ ਉਚਾਰਨ ਕੀਤੀ ਹੈ, ਮੈਂ ਉਸ ਉੱਤੇ ਪੜ੍ਹ ਸੁਣ ਕੇ ਵਿਚਾਰ ਕਰਦਾ ਹਾਂ, ਫਿਰ ਵੀ ਬੁਰੀ ਮੱਤ ਮਨ ਤੋਂ ਦੂਰ ਨਹੀਂ ਹੁੰਦੀ। ਇਸ ਦਾ ਕੀ ਕਾਰਨ ਹੈ? ਮੈਥੋਂ ਜਾਣਿਆ ਨਹੀਂ ਜਾਂਦਾ। ਭਲੀ ਭਾਂਤ ਗੁਰੂ ਜੀ ਆਪਣੇ ਮੁਖਾਰਬਿੰਦ ਤੋਂ ਬੋਲੇ, ਨਵੇਂ ਅਤੇ ਸਫੇਦ ਕੱਪੜੇ ਨੂੰ ਰੰਗ ਚੜ੍ਹ ਜਾਂਦਾ ਹੈ, ਮੈਲੇ ਕੱਪੜੇ ਨੂੰ ਰੰਗ ਨਹੀਂ ਚੜ੍ਹਦਾ। ਜੇ ਉਸ ਨੂੰ ਧੋ ਕੇ ਪਹਿਲਾਂ ਮੈਲ ਕੱਢ ਲਈਏ ਤਾਂ ਫਿਰ ਉਸ ਨੂੰ ਚੰਗਾ ਰੰਗ ਚੜ੍ਹੇਗਾ। ਇਹ ਸੁਣ ਕੇ ਸਿੱਖ ਫਿਰ ਗੁਰੂ ਜੀ ਨੂੰ ਪੁੱਛਣ ਲੱਗਾ, ਸੂਖਮ ਮਨ ਨੂੰ ਕਿਵੇਂ ਧੋਈਏ? ਮੈਂ ਅਣਜਾਣ ਹਾਂ, ਉਸ ਤਰ੍ਹਾਂ ਹੀ ਸਮਝਾਓ। ਸ਼੍ਰੀ ਗੁਰੂ ਜੀ ਨੇ ਆਪਣੇ ਮੁਖਾਰਬਿੰਦ ਤੋਂ ਕਹਿ ਕੇ ਪਹਿਲਾਂ ਦੱਸਿਆ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸ਼੍ਰੀ ਜਪਜੀ ਸਾਹਿਬ ਦਾ ਪਾਠ ਬਣਾਇਆ ਹੈ। ਉਸ ਵਿੱਚ ਲਿਖਿਆ ਹੈ, ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤਾ ਉਤਰਸ ਖੇ,
ਮੂਤ ਪਲੀਤੀ ਕੱਪੜ ਹੋਏ, ਦੇ ਸਾਬੁਣ ਲਈਐ ਉਹ ਧੋਏ। ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਜੇ ਹੱਥ ਪੈਰ ਸਰੀਰ ਆਦਿ ਮਿੱਟੀ ਨਾਲ ਭਰ ਜਾਵੇ ਜਾਂ ਮੈਲਾ ਹੋ ਜਾਵੇ ਤਾਂ ਪਾਣੀ ਨਾਲ ਧੋਣ ਪਿੱਛੋਂ ਮਿੱਟੀ ਉਤਰ ਜਾਂਦੀ ਹੈ ਅਤੇ ਹੱਥ ਪੈਰ ਸਾਫ਼ ਹੋ ਜਾਂਦੇ ਹਨ। ਜੇ ਕੋਈ ਕੱਪੜਾ ਪਿਸ਼ਾਬ ਆਦਿ ਨਾਲ ਗੰਦਾ ਹੋ ਜਾਂਦਾ ਹੈ ਤਾਂ ਉਸ ਨੂੰ ਸਾਬਣ ਆਦਿ ਨਾਲ ਧੋ ਕੇ ਸਾਫ਼ ਕਰ ਲਿਆ ਜਾਂਦਾ ਹੈ। ਪਰ ਜੇ ਪਾਪ ਕਰਨ ਨਾਲ ਬੁੱਧੀ ਭ੍ਰਿਸ਼ਟ ਅਤੇ ਅਪਵਿੱਤਰ ਹੋ ਜਾਵੇ ਤਾਂ ਉਸ ਨੂੰ ਸਿਮਰਨ ਅਤੇ ਭਗਤੀ ਨਾਲ ਹੀ ਪਵਿੱਤਰ ਤੇ ਸਵੱਛ ਕੀਤਾ ਜਾ ਸਕਦਾ ਹੈ। ਸਰੀਰ ਅਤੇ ਵਸਤਰ ਜਿਹੜੇ ਸਥੂਲ ਹਨ ਉਹ ਜਲ ਅਤੇ ਸਾਬਣ ਨਾਲ ਧੋਤੇ ਜਾ ਸਕਦੇ ਹਨ। ਬੁੱਧੀ ਅਤੇ ਪਾਪ ਨੂੰ ਸੂਖਮ ਜਾਣੋ, ਇਹ ਮਨ ਨੂੰ ਮਹਾਨ ਮਲੀਨ ਕਰਦੇ ਹਨ। ਸਤਨਾਮ ਵੀ ਸੂਖਮ ਹੀ ਹੈ, ਉਸ ਦਾ ਸਿਮਰਨ ਕਰਨ ਨਾਲ ਸਾਰੀ ਮੈਲ ਧੋਤੀ ਜਾਂਦੀ ਹੈ। ਪ੍ਰਭੂ ਦੇ ਪ੍ਰੇਮ ਦਾ ਰੰਗ ਚੜ੍ਹ ਜਾਵੇਗਾ, ਇੱਕ ਰੂਪ ਹੋ ਕੇ ਫਿਰ ਮਿਲਾ ਲੈਣਗੇ। ਸ਼ਰਧਾ ਅਤੇ ਧੀਰਜ ਨੂੰ ਹਿਰਦੇ ਵਿੱਚ ਧਾਰਨ ਕਰੋ। ਗੁਰਬਾਣੀ ਪੜ੍ਹ ਕੇ ਵਿਚਾਰ ਕੇ ਗੁਣ ਧਾਰਨ ਕਰੋ। ਨਾਮ ਦਾ ਸਿਮਰਨ ਕਰੋ ਤਾਂ ਕਿ ਪਾਪਾਂ ਦੀ ਮੈਲ ਦੂਰ ਹੋ ਜਾਵੇ। ਹੌਲੀ ਹੌਲੀ ਗੁਰਮਤਿ ਪਾ ਲਵੋਗੇ। ਅਨੇਕਾਂ ਜਨਮਾਂ ਦੇ ਪਾਪ ਭਜਨ ਕਰਨ ਨਾਲ ਸਾਰੇ ਦੂਰ ਹੋ ਜਾਣਗੇ। ਇਹ ਸੁਣ ਕੇ ਸਿੱਖਾਂ ਨੇ ਸ਼ਰਧਾ ਧਾਰਨ ਕੀਤੀ ਤੇ ਉਹਨਾਂ ਦੇ ਮਨ ਵਿੱਚ ਧੀਰਜ ਆਇਆ ਅਤੇ ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਲੱਗੇ। ਬੜੀ ਲਿਵ ਲਾ ਕੇ ਉਹ ਸ਼ਬਦਾਂ ਦਾ ਗਾਇਨ ਕਰਦੇ ਸਨ ਅਤੇ ਇੱਕ ਮਨ ਹੋ ਕੇ ਅਰਥ ਸੁਣਾਉਂਦੇ ਸਨ। ਵਿਚਾਰ ਕਰਕੇ ਮਨ ਕੋਮਲ ਹੋ ਜਾਂਦਾ ਸੀ ਅਤੇ ਪ੍ਰਭੂ ਨੂੰ ਹਿਰਦੇ ਵਿੱਚ ਪਰੋ ਕੇ ਰੱਖਦੇ ਸਨ। ਜਿਹੜਾ ਵਿਅਕਤੀ ਪੜ੍ਹ ਕੇ ਸ਼ੁਭ ਉਪਦੇਸ਼ ਦਿੰਦਾ ਹੈ ਪਰ ਆਪ ਉਹਨਾਂ ਉਪਦੇਸ਼ਾਂ 'ਤੇ ਅਮਲ ਨਹੀਂ ਕਰਦਾ, ਉਹਨਾਂ ਦੀ ਛਾਇਆ ਕਿਸੇ 'ਤੇ ਨਹੀਂ ਪੈਂਦੀ। ਲੋਕ ਸੁਣਦੇ ਹਨ ਪਰ ਉਹਨਾਂ ਉੱਤੇ ਅਸਰ ਕੋਈ ਨਹੀਂ ਹੁੰਦਾ। ਇਸ ਤਰ੍ਹਾਂ ਸਤਿਗੁਰੂ ਜੀ ਨੇ ਸਿੱਖਾਂ ਦੀ ਸ਼ਲਾਘਾ ਕੀਤੀ। ਜਿਨ੍ਹਾਂ ਸਿੱਖਾਂ ਦਾ ਗੁਰੂ ਜੀ ਦੇ ਚਰਨਾਂ ਨਾਲ ਪ੍ਰੇਮ ਹੈ, ਦੂਸਰਿਆਂ ਨੇ ਸੁਣ ਕੇ ਸ਼ੁਭ ਗੁਣ ਦਿਲ ਵਿੱਚ ਧਾਰਨ ਕੀਤੇ ਅਤੇ ਚਾਰੇ ਪਾਸੇ ਗੁਰੂ ਜੀ ਦੀ ਜੈ ਜੈਕਾਰ ਹੋ ਗਈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।